कांग्रेस सरकार मुर्दाबाद, महारानी परनीत कौर मुर्दाबाद। पर ये कोई सार नहीं साडी ले रहा। बच्चे साडे छोटे ने जी, घर दी नीहां तक के पहुंचता जा रहा बार बार। असी सारे नूं रिक्वेस्ट यही करते हैं भी इहदे वल ध्यान देण। कल नूं ज़्यादा बड़ी मिसहैपनिंग हो जाती है, फिर सारे आके अपने अपने दावे करते हैं। नगर पंचायत मुर्दाबाद, महारानी परनीत कौर मुर्दाबाद। कोई इंसान घर तो निकल नहीं सकता। एमरजेंसी जे किसी नूं लोड़ पै जे तां ना इत्थे कोई एंबूलेंस आ सकती है, ना आदमी आपदे व्हीकल ते जा सकता है। बाकी ਜਿਹੜਾ ਪੈਸਾ ਕਹਿੰਦੇ ਨੇ ਆਇਆ ਹੈ ਉਹ ਪੈਸਾ ਪੰਚਾਇਤੀ ਰਾਜ ਦਾ ਆਇਆ ਸੀ। ਪੰਚਾਇਤੀ ਰਾਜ ਨੇ ਲਾਣਾ, ਉਹ 'ਚ ਪੰਚਾਇਤ ਦੀ ਕੋਈ ਸ਼ਮੂਲੀਅਤ ਨਹੀਂ ਹੁੰਦੀ। ਸਤਿ ਸ਼੍ਰੀ ਅਕਾਲ, ਔਨ 에ਅਰ ਵੇਖ ਰਹੇ ਹੋ। ਬਰਸਾਤ ਦਾ ਮੌਸਮ ਹੈ ਤੇ ਪੂਰੇ ਸ਼ਹਿਰ ਦੇ ਵਿੱਚ ਪਾਣੀ ਜਲਥਲ ਹੋ ਰੱਖਿਆ ਹੈ। ਲਗਾਤਾਰ ਬਰਸਾਤ ਹੋ ਰਹੀ ਹੈ ਪਰ ਸਰਕਾਰਾਂ ਹਜੇ ਤੱਕ ਕੋਈ ਸਾਰ ਨਹੀਂ ਲੈ ਰਹੀਆਂ ਕਿਉਂਕਿ ਸ਼ਹਿਰ ਦੇ ਵਿੱਚ ਇੰਨਾ ਬੁਰਾ ਹਾਲ ਹੋ ਚੁੱਕਿਆ। ਉੱਥੇ ਹੀ ਜਿਹੜੇ ਸ਼ਹਿਰ ਦੇ ਨਾਲ ਕਲੋਨੀਆਂ ਲੱਗਦੀਆਂ ਨੇ ਉੱਥੇ ਦਾ ਵੀ ਹਾਲ ਦਿਖਾ ਦਿੰਦੇ ਹਾਂ। ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਨਾਲ ਖੱਡੇ ਪੈ ਚੁੱਕੇ ਨੇ। ਸੀਵਰੇਜ ਦਾ ਕੰਮ ਚੱਲਦਾ ਪਿਆ ਸੀ ਪਰ ਬਰਸਾਤ ਦੇ ਨਾਲ ਹੈ ਜਿਹੜਾ ਪੂਰਾ ਹੀ ਜਿਹੜਾ ਖੱਡਾ ਪੈ ਗਿਆ ਔਰ ਜਿਹੜੀ ਨਾਲ ਦੀਆਂ ਕੰਧਾਂ ਨੇ ਉਹ ਵੀ ਡਿੱਗਣ ਤੱਕ ਆ ਰਹੀਆਂ ਨੇ। ਤਸਵੀਰਾਂ ਤੁਸੀਂ ਦੂਰ ਦੂਰ ਤੱਕ ਦੇਖ ਰਹੇ ਹੋ ਕਿ ਕਿੰਨਾ ਬੁਰਾ ਹਾਲ ਹੋ ਚੁੱਕਿਆ ਹੈ। ਸਾਰੀਆਂ ਜਿਹੜੀਆਂ ਹੈਗੀਆਂ ਨੇ ਖੱਡੇ ਪੈ ਚੁੱਕੇ ਨੇ, ਪਾਣੀ ਗਿਰਿਆ, ਪਾਣੀ ਭਰਿਆ ਹੋਇਆ ਹੈ। ਤਸਵੀਰਾਂ ਦੂਰ ਦੂਰ ਤੱਕ ਜਿੱਥੇ ਗੱਡੀਆਂ ਲੋਕਾਂ ਦੀਆਂ ਉਹ ਧੱਸਦੀਆਂ ਹੋਈਆਂ ਨਜ਼ਰ ਆ ਰਹੇ ਨੇ। ਲੋਕ ਇੰਨਾ ਪਰੇਸ਼ਾਨ ਹੋ ਚੁੱਕੇ ਨੇ ਕਿ ਉਹਨਾਂ ਦਾ ਕਹਿਣਾ ਕਿ ਜੇ ਕੋਈ ਸਰਕਾਰ ਚਾਹੇ ਹੋਵੇ, ਚਾਹੇ MC ਹੋਵੇ, ਚਾਹੇ ਸਰਪੰਚ ਹੋਵੇ, ਇੱਥੇ ਤੱਕ ਨਹੀਂ ਪਹੁੰਚ ਰਿਹਾ ਹੈਗਾ। ਸੀਵਰੇਜ ਦਾ ਕੰਮ ਕਰਵਾ ਕੇ ਉਹਨੂੰ ਛੱਡ ਚੁੱਕਿਆ ਹੈ ਤੇ ਕੋਈ ਇੱਧਰ ਸਾਰ ਲੈਣ ਨਹੀਂ ਆ ਰਿਹਾ ਕਿ ਨਾ ਪੁੱਛ ਗੱਲਬਾਤ ਕਰ ਲੈਣੇ ਜਿਹੜੇ ਇੱਥੇ ਵਸਨੀਕ ਨੇ। ਮੈਮ ਕਿੰਨੀ ਦੇਰ ਹੋ ਗਈ ਹੈ ਜਿਹੜਾ ਕੰਮ ਚੱਲਦੇ ਨੂੰ ਤੇ ਬਰਸਾਤਾਂ ਵੀ ਸ਼ੁਰੂ ਹੋ ਗਈਆਂ, ਦਬਦਾ ਜਾ ਰਿਹਾ ਸਾਰਾ ਕੰਮ? ਸਰ ਇਹ ਕੰਮ ਤਾਂ ਕਾਫੀ ਲੰਬੇ ਟਾਈਮ ਤੋਂ ਚੱਲ ਰਿਹਾ ਪਰ ਇਹ ਖੱਡਾ ਜਿਹੜਾ ਪੱਟ ਕੇ ਗਏ ਨੇ, ਪਰਸੋਂ ਪੱਟ ਕੇ ਗਏ ਨੇ। ਮੀਂਹ ਦਾ ਦਿਨ ਸੀਗਾ, ਦੇਖੋ ਸਾਰਾ ਕੁਝ ਨੈੱਟ ਤੇ ਆਪਾਂ ਸਰਚ ਮਾਰ ਸਕਦੇ ਹਾਂ। ਮੀਂਹ ਦਾ ਦਿਨ ਹੈ ਤਾਂ ਆਪਾਂ ਨਾ ਪੱਟੀ ਉਹਨੂੰ। ਇੰਨਾ ਵੱਡਾ ਖੱਡਾ ਇਹਨਾਂ ਨੇ ਪੱਟਿਆ ਜੀ। ਇਹ ਕੱਲ ਦਾ ਇਹ ਤੇ ਬਾਰ-ਬਾਰ ਇੰਨਾ ਬੁਰਾ ਹਾਲ ਹੋਇਆ ਪਿਆ। ਅਸੀਂ ਬਾਰ-ਬਾਰ ਫੋਨ ਕਰ ਰਹੇ ਹਾਂ ਜੀ। ਇਹਨਾਂ ਦੇ ਜਿਹੜੇ ਪ੍ਰਬੰਧਕ ਹੈ ਉਹਨਾਂ ਨੂੰ ਵੀ ਅਸੀਂ ਫੋਨ ਕਰ ਚੁੱਕੇ ਹਾਂ। ਉਹ ਬਾਰ-ਬਾਰ ਸਾਨੂੰ ਇੱਕ ਹੀ ਗੱਲ ਕਹਿੰਦੇ ਆ, ਅਸੀਂ ਆ ਰਹੇ ਹਾਂ। ਪਰ ਮੈਂ ਸਵੇਰ ਮਾਰਨਿੰਗ ਤੋਂ 7 ਵਜੇ ਤੋਂ ਲੈ ਕੇ ਮੈਂ ਆਪਣਾ ਫੋਨ ਦਿਖਾ ਸਕਦੀ ਹਾਂ। ਮੈਂ ਕਿੰਨੇ ਫੋਨ ਉਹਨਾਂ ਨੂੰ ਕਰ ਲਏ, ਆਸ ਪੜੋਸ ਤੋਂ ਫੋਨ ਕਰ ਲਏ, ਹੁਣ ਵੀ ਕਰਕੇ ਹਟੇ ਹਾਂ। ਉਹ ਕਹਿੰਦੇ ਸਾਡੇ ਇੱਧਰ JCB ਨਹੀਂ ਆਉਂਦੀ, ਇਸ ਕਰਕੇ ਅਸੀਂ ਵੀ ਇਹਨੇ ਮੋਟਰ ਭੇਜਦੇ ਹਾਂ। ਹਾਲੇ ਤੱਕ ਉਹਨਾਂ ਨੇ ਕੋਈ ਮੋਟਰ ਨਹੀਂ ਭੇਜੀ, ਕੋਈ ਕਿਸੇ ਨੇ ਵੀ ਸਾਰ ਨਹੀਂ ਲਈ। ਅਸੀਂ ਉੱਪਰ ਵੀ ਫੋਨ ਕਰ ਰਹੇ ਹਾਂ, ਜਿੱਥੇ ਤੱਕ ਸਾਡੇ ਤੋਂ ਹੋ ਰਿਹਾ ਕੰਟੈਕਟ ਅਸੀਂ ਅੱਗੇ ਤੋਂ ਅੱਗੇ ਫੋਨ ਕਰ ਰਹੇ ਹਾਂ ਪਰ ਇਹ ਕੋਈ ਸਾਰ ਨਹੀਂ ਸਾਡੀ ਲੈ ਰਿਹਾ। ਬੱਚੇ ਸਾਡੇ ਛੋਟੇ ਨੇ ਜੀ, ਘਰ ਦੀ ਨੀਹਾਂ ਤੱਕ ਕੇ ਪਹੁੰਚਦਾ ਜਾ ਰਿਹਾ ਬਾਰ ਬਾਰ। ਅਸੀਂ ਸਾਰੇ ਨੂੰ ਰਿਕੁਐਸਟ ਇਹੀ ਕਰਦੇ ਹਾਂ ਵੀ ਇਹਦੇ ਵੱਲ ਧਿਆਨ ਦੇਣ। ਕੱਲ ਨੂੰ ਜ਼ਿਆਦਾ ਬੜੀ ਮਿਸਹੈਪਨਿੰਗ ਹੋ ਜਾਂਦੀ ਹੈ, ਫਿਰ ਸਾਰੇ ਆ ਕੇ ਆਪਣੇ ਆਪਣੇ ਦਾਅਵੇ ਕਰਦੇ ਨੇ। ਜਦੋਂ ਗੱਲ ਵਿਗੜਦੀ ਹੁੰਦੀ ਹੈ ਉਹਨੂੰ ਕੋਈ ਨਹੀਂ ਸਵਾਰਦਾ ਜੀ। ਸਾਡੀ ਇਹੀ ਰਿਕੁਐਸਟ ਹੈ ਹੱਥ ਜੋੜ ਕੇ ਵੀ ਕਿਰਪਾ ਧਿਆਨ ਦੇਣ। ਕਿਸੇ ਦਾ ਜਾਨੀ ਮਾਨੀ ਨੁਕਸਾਨ ਹੋ ਗਿਆ ਫਿਰ ਇਹਦਾ ਜ਼ਿੰਮੇਵਾਰ ਜੀ, ਫਿਰ ਸਾਰੇ ਪੱਲਾ ਝਾੜ ਜਾਂਦੇ ਨੇ ਵੀ ਅਸੀਂ ਨਹੀਂ ਹੈਗੇ ਜੀ। ਧੰਨਵਾਦ। ਤੁਸੀਂ ਦੇਖਿਆ ਕਿ ਪੱਲਾ ਝਾੜ ਜਾਂਦੇ ਨੇ, ਫਿਰ ਜਦੋਂ ਕੋਈ ਜਾਨੀ ਨੁਕਸਾਨ ਹੁੰਦਾ ਉਦੋਂ ਸਾਰੇ ਜਿਹੜੇ ਵੀ ਹੈਗਾ, ਚਾਹੇ ਮੰਤਰੀ ਹੋਵੇ, ਸੰਤਰੀ ਹੋਵੇ, ਚਾਹੇ ਕੋਈ ਕੌਂਸਲਰ ਹੋਵੇ, ਉਹ ਇੱਥੇ ਪਹੁੰਚਦਾ ਹੈ। ਹੋਰ ਵੀ ਸਾਡੇ ਨਾਲ ਜਿਹੜੇ ਹੈਗੇ ਲੇਡੀਜ਼ ਮੌਜੂਦ ਨੇ। ਮੈਂ ਆਂਟੀ ਕਿੰਨਾ ਸਮਾਂ ਹੋ ਗਿਆ ਕਿਉਂਕਿ ਠੇਕੇਦਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿਉਂਕਿ ਬਰਸਾਤ ਸ਼ੁਰੂ ਹੋ ਗਈ ਹੈ, ਬਰਸਾਤ ਹੋ ਰਹੀ ਹੈ। ਉਹਨਾਂ ਨੂੰ ਵੀ ਪਤਾ ਕਿ ਛੋਟੇ ਛੋਟੇ ਬੱਚੇ ਨੇ, ਗੱਡੀਆਂ ਲੈ ਕੇ ਜਾਣੀਆਂ, ਕਿਸੇ ਨੂੰ ਐਮਰਜੈਂਸੀ ਲੋੜ ਪੈ ਜੇ ਤੇ ਕਿੱਥੋਂ ਐਂਬੂਲੈਂਸ ਲੈ ਕੇ ਆਵਾਂਗੇ ਆਪਾਂ? ਹਾਂਜੀ, ਜੋ ਸਾਰੇ ਡਿਊਟੀਆਂ ਕਰਦੇ ਨੇ, ਛੁੱਟੀਆਂ ਲੈ ਰੱਖੀਆਂ ਨੇ ਡਿਊਟੀਆਂ ਤੋਂ। ਨਾ ਤਾਂ ਐਕਟਿਵਾ ਤੇ ਜਦ ਮੀਂਹ ਪੈਂਦਾ ਤੇ ਫਿਰ ਗੱਡੀ ਜਾ ਨਹੀਂ ਰਹੀ ਤੇ ਇਹਨਾਂ ਨੂੰ ਚਾਹੀਦਾ, ਪ੍ਰਸ਼ਾਸਨ ਚਾਹੀਦਾ ਵੀ ਜਾਂ ਤਾਂ ਪਾਣੀ ਕੱਢਣ ਬਾਹਰ, ਇਹਨੂੰ ਭਰ ਦੇਣ ਇੱਕ ਵਾਰੀ, ਫਿਰ ਜਦੋਂ ਮੀਂਹ ਹਟ ਗਿਆ ਫਿਰ ਉਹ ਕਰ ਲੈਣ ਤੇ ਜਾਂ ਫਿਰ ਇਹ ਕੋਈ ਸੁਣ ਹੀ ਨਹੀਂ। ਸਵੇਰ ਦੇ ਅਸੀਂ ਫੋਨ ਮਾਰੀ ਜਾਂਦੇ ਹਾਂ, ਕਿਹਨੂੰ ਫੋਨ ਕਰੀਏ? ਫਿਰ ਠੇਕੇਦਾਰ ਹੈ ਕਿਹੜਾ ਇੱਥੇ ਦਾ? ਠੇਕੇਦਾਰ ਹੈ ਕੋਈ? ਠੇਕੇਦਾਰ ਨੂੰ ਵੀ ਫੋਨ ਕਰਤਾ ਸੀ, ਉਹ ਕਹਿੰਦੇ ਸੀ ਆਉਨੇ 5 ਮਿੰਟ 10 ਮਿੰਟ ਹਜੇ ਤੱਕ ਉਹਨਾਂ 10 ਮਿੰਟ ਨਹੀਂ ਹੋਏ, 4 ਘੰਟੇ ਹੋ ਗਏ। ਸੋ ਤੁਸੀਂ ਦੇਖ ਰਹੇ ਹੋ ਕਿ 4 ਘੰਟੇ ਹੋ ਚੁੱਕੇ ਨੇ, ਕੋਈ ਠੇਕੇਦਾਰ ਨਹੀਂ ਆ ਰਿਹਾ ਹੈਗਾ ਇੱਥੇ ਸਾਰ ਲੈਣ ਵਾਸਤੇ। ਤਸਵੀਰਾਂ ਤੁਸੀਂ ਦੇਖ ਰਹੇ ਹੋ, ਕੋਈ ਐਮਰਜੈਂਸੀ ਲੋੜ ਪੈ ਜੇ ਜਾਂ ਕੋਈ ਕਿਸੇ ਦੇ ਘਰ ਕੋਈ ਅਨਹੋਣੀ ਹੋ ਜੇ, ਕੋਈ ਅੱਗ ਵਗੈਰਾ ਲੱਗ ਜੇ, ਕੋਈ ਐਂਬੂਲੈਂਸ ਜਾਂ ਕੋਈ ਫਾਇਰ ਬ੍ਰਿਗੇਡ ਤੱਕ ਇੱਥੇ ਤੱਕ ਨਹੀਂ ਪਹੁੰਚ ਸਕਦੀ। ਤੁਸੀਂ ਦੂਰ ਦੂਰ ਤੱਕ ਦੇਖ ਸਕਦੇ ਹੋ ਕੋਈ ਗੱਡੀ ਨਹੀਂ ਆ ਸਕਦੀ, ਕੋਈ ਐਂਬੂਲੈਂਸ ਜਾਂ ਕੋਈ ਇਸ ਤਰ੍ਹਾਂ ਦੀ ਐਕਟਿਵਾ ਤੱਕ ਵੀ ਨਹੀਂ ਨਿਕਲਦੀ ਹੈਗੀ। ਖੱਡੇ ਪੈਣੇ ਸ਼ੁਰੂ ਹੋ ਚੁੱਕੇ ਨੇ। ਤਸਵੀਰਾਂ ਤੁਸੀਂ ਦੂਰ ਦੂਰ ਤੱਕ ਦੇਖ ਰਹੇ ਹੋ ਕਿ ਸਾਡੇ ਵੀ ਪੈਰ ਜਿਹੜੇ ਹੈਗੇ ਨੇ ਵਿੱਚ ਧੱਸਦੇ ਹੋਏ ਨਜ਼ਰ ਆ ਰਹੇ ਨੇ। ਕੋਈ ਜਿਹੜਾ ਹੈਗਾ ਠੇਕੇਦਾਰ, MC ਵਗੈਰਾ, ਇੱਥੇ ਸਰਪੰਚ ਇੱਥੇ ਨਹੀਂ ਸਾਰ ਲੈਣ ਆ ਰਿਹਾ। ਭਾਈ ਜੇ ਠੇਕੇਦਾਰ ਦਾ ਫਰਜ਼ ਨਹੀਂ ਬਣਦਾ ਹੈਗਾ ਕਿਉਂਕਿ ਬਰਸਾਤਾਂ ਵੀ ਸ਼ੁਰੂ ਹੋ ਗਈਆਂ, ਲਗਾਤਾਰ ਕੋਈ ਆਉਣ ਦਾ ਨਾਮ ਨਹੀਂ ਲੈ ਰਿਹਾ ਹੈਗਾ। ਹੈ ਸਰਪੰਚ ਕੌਣ ਇੱਥੇ? ਸਰਪੰਚ ਤਾਂ ਪਿੱਛੇ ਰਹਿੰਦੇ ਨੇ ਜੀ, ਪਰ ਉਹ ਕਹਿੰਦੇ ਨੇ ਵੀ ਜਦੋਂ ਤੱਕ ਇਹ ਕੰਮ ਖਤਮ ਨਹੀਂ ਹੋਊਗਾ
ਉਦੋਂ ਤੱਕ ਕਹਿੰਦੇ ਚੱਲੂਗਾ, ਕਿਉਂਕਿ ਪਿੱਛੇ ਲਗਾਤਾਰ ਚੱਲਦਾ ਆ ਰਿਹਾ ਸ਼ੁਰੂ ਤੋਂ ਲੈ ਕੇ ਹੁਣ ਤੱਕ, ਕਾਫੀ ਅੱਗੇ ਤੱਕ ਹੈਗਾ। ਪਰ ਹੁਣ ਐਵੇਂ ਘੱਟੋ ਘੱਟ ਇਹ ਤਾਂ ਹੋਣਾ ਚਾਹੀਦਾ ਵੀ ਖੱਡੇ ਬੰਦ ਹੋ ਜਾਣ। ਚਲੋ ਇਹ ਤਾਂ ਬਾਅਦ ਚ ਵੀ ਸਟਾਰਟ ਹੋ ਜਾਂਦਾ, ਕਿਉਂਕਿ ਬੱਚੇ ਨੇ, ਛੋਟੇ ਛੋਟੇ ਬੱਚੇ ਨੇ ਹਰ ਇੱਕ ਦੇ, ਤੇ ਸਕੂਟਰ ਬੰਦਾ ਸਕੂਟਰ ਤੱਕ ਵੀ ਨਹੀਂ ਲੈ ਕੇ ਆਉਂਦਾ। ਤੁਸੀਂ ਦੇਖੋ ਮੈਂ ਆਪਣੀ ਸਾਰੀ ਪੈਂਟ ਪੁੰਟ ਸਾਰੀ ਲਵੇੜੀ ਫਿਰਦਾ, ਮੇਰੀ ਸਕੂਟਰੀ ਵੀ ਉੱਥੇ ਗੜ ਗਈ ਸੀ। ਆ ਬਾਈ ਨਾਲ ਗਵਾਂਢੀ ਨੇ, ਇਹਨਾਂ ਦੀ ਗੱਡੀ ਕੱਲ ਉੱਥੇ ਫਸ ਗਈ, ਉਹ ਕਢਾਈ ਹੈ, ਬੁਰਾ ਹਾਲ ਹੋਇਆ ਪਿਆ। ਐਟਲੀਸਟ ਜੇ ਇਹ ਚੀਜ਼ਾਂ ਹੋਣੀਆਂ ਨੇ ਤਾਂ ਘੱਟੋ ਘੱਟ ਤੇ ਮਿੱਟੀ ਦਾ ਪੈ ਜੇ, ਤਾਂ ਕਿ ਸੜਕ ਬਣੇ, ਤਾਂ ਬੰਦਾ ਚਾਹੇ ਚਿੱਕੜ ਹੈ ਪਰ ਜੇ ਬੰਦਾ ਵਿੱਚ ਗਿਰ ਜੇ ਫਿਰ ਉਹਨੂੰ ਕੌਣ ਲੈਣ ਆਊਗਾ। ਤੁਸੀਂ ਦੇਖਿਆ ਕਿ ਸੀਵਰੇਜ ਵੀ ਧੱਸਦਾ ਜਾ ਰਿਹਾ, ਸੀਵਰੇਜ ਲਗਾਤਾਰ ਧੱਸਦਾ ਜਾ ਰਿਹਾ, ਜਿਹੜਾ ਸੀਵਰੇਜ ਪਾ ਰਹੇ ਨੇ ਉਹੀ ਧੱਸਦਾ ਜਾ ਰਿਹਾ ਹੈ। ਬਰਸਾਤ ਪੈ ਰਹੀ ਹੈ ਕਿ ਸਮਝਦੇ ਹੋ ਨਲਾਇਕੀ ਕਿੰਨੀ ਕੁ ਸਮਝਦੇ ਹੋ ਇਸ ਨੂੰ? ਇਹ ਪੂਰੀ ਨਲਾਇਕੀ ਜੀ ਇਹਨਾਂ ਦੀ। ਇਹਨਾਂ ਨੇ 4 ਵਾਰ ਇਹ ਖੱਡਾ ਪੱਟ ਲਿਆ ਜੀ। ਇਹਨਾਂ ਨੇ ਆ ਪਿਛਲੀ ਵਾਰ ਉੱਥੇ ਉਹ ਚੀਜ਼ ਮਤਲਬ ਜਿਹੜੀ ਪੈਪ ਆਈ ਉੱਥੋਂ, ਜਿਹੜੀ ਇਹਨਾਂ ਨੇ ਪਾਈ ਆ ਪੈਪ ਥੱਲੇ ਵਾਲੀ ਸਾਈਡ ਤੋਂ, ਉਹ ਸਾਰੀ ਦੀ ਸਾਰੀ ਇੱਕ ਵਾਰ ਇਹਨਾਂ ਦੀ ਵਿੱਚ ਚਲੀ ਗਈ ਸੀ। ਆ ਕੱਲ ਇਹਨਾਂ ਨੇ ਦੁਬਾਰਾ ਤੋੜ ਕੇ ਦੁਬਾਰਾ ਇਹਨਾਂ ਦੇ ਕੰਮ ਕੀਤਾ ਜੀ। ਤੁਸੀਂ ਦੇਖ ਰਹੇ ਹੋ ਕਿ ਟਰੈਕਟਰ ਜਿਹੜਾ ਹੈਗਾ, ਟਰੈਕਟਰ ਵੀ ਦੂਰ ਦੇਖ ਰਹੇ ਹੋ, ਟਰੈਕਟਰ ਖੁਦ ਉਹ ਵਿੱਚ ਧੱਸ ਚੁੱਕਿਆ। ਤਸਵੀਰ ਤੁਸੀਂ ਸਾਫ਼ ਦੇਖ ਰਹੇ ਹੋ ਕਿਸ ਤਰ੍ਹਾਂ ਨਾਲ ਟਰੈਕਟਰ ਜਿਹੜਾ ਫਸ ਚੁੱਕਿਆ ਹੈ। ਜਿਹੜੇ ਇਹਨਾਂ ਨੇ ਸੀਵਰੇਜ ਪਾਉਣ ਦਾ ਕੰਮ ਕੀਤਾ ਸੀ ਉੱਥੇ ਹੀ ਟਰੈਕਟਰ ਫਸ ਗਿਆ। ਤਸਵੀਰਾਂ ਤੁਸੀਂ ਦੇਖ ਰਹੇ ਹੋ, ਉਹ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉੱਥੇ ਫਸਿਆ ਹੋਇਆ। ਨਾਲ ਹੀ ਉਹਦੇ ਗੱਡੀ ਇੱਕ ਫਸੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ, ਉਹ ਪੂਰਾ ਤੇ ਪੂਰਾ ਧੱਸ ਗਿਆ ਟਰੈਕਟਰ। ਤਸਵੀਰ ਦੇਖ ਰਹੇ ਹੋ ਤੁਸੀਂ, ਪੂਰੇ ਨੀਚੇ ਧੱਸ ਚੁੱਕਿਆ ਟਰੈਕਟਰ। ਉਹ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਟਰੈਕਟਰ ਨੂੰ, ਉਹ ਗੱਡੀ ਕਢਾਉਣ ਵਾਸਤੇ ਆਏ ਸੀ ਪਰ ਟਰੈਕਟਰ ਹੀ ਖੁਦ ਵਿੱਚ ਧੱਸ ਚੁੱਕਿਆ ਹੈ। ਤਸਵੀਰ ਤੁਸੀਂ ਦੇਖ ਰਹੇ ਹੋ, ਦੂਰ ਤੱਕ ਨਜ਼ਰ ਆ ਰਹੀ ਹੈ ਕਿ ਕਿੰਨਾ ਜੋਖਿਮ ਹੈ। ਅਗਰ ਕੋਈ ਨੁਕਸਾਨ ਹੁੰਦਾ ਇਹਦਾ ਕੌਣ ਜ਼ਿੰਮੇਵਾਰ ਹੈ? ਤੁਸੀਂ ਨਜ਼ਰ ਆ ਰਿਹਾ ਟਰੈਕਟਰ ਜਿਹੜਾ ਉਹ ਹੋਰ ਵੀ ਜ਼ਿਆਦਾ ਧੱਸਦਾ ਜਾ ਰਿਹਾ ਹੈ। ਵੀਰ ਜੀ ਤੁਸੀਂ ਦੇਖ ਰਹੇ ਹੋ ਹੁਣ ਜਿਹੜਾ ਟਰੈਕਟਰ ਹੈ ਸਾਫ਼ ਨਜ਼ਰ ਆ ਰਿਹਾ ਕਿ ਨੀਚੇ ਧੱਸ ਚੁੱਕਿਆ ਹੈ। ਕਿੰਨਾ ਕੁ ਦੇਖੋ ਜਾਨੀ ਨੁਕਸਾਨ ਹੋ ਸਕਦਾ? ਇਹਦਾ ਜੀ ਕੋਈ ਮਤਲਬ ਕੋਈ ਜ਼ਿੰਮੇਵਾਰੀ ਲੈਂਦਾ ਹੀ ਨਹੀਂ ਹੈਗਾ ਜੀ ਇਸ ਚੀਜ਼ ਦੀ। ਸਾਰਿਆਂ ਨੂੰ ਅਸੀਂ ਸਵੇਰ ਦੇ ਅਸੀਂ ਫੋਨ ਕਰ ਚੁੱਕੇ ਹਾਂ ਜੀ, ਆਪਣੇ ਇੱਥੇ ਆਂਢ ਗੁਆਂਢ ਤੋਂ ਸਾਰਿਆਂ ਤੋਂ ਕਰਵਾਇਆ ਜੀ। ਸਾਰੇ ਵਧੀਆ ਸੂਝਵਾਨ ਬੰਦੇ ਨੇ ਜੀ, ਕੋਈ ਐਵੇਂ ਨਹੀਂ ਹੈਗਾ। ਤੇ ਹਰ ਇੱਕ ਬੰਦੇ ਨੇ ਫੋਨ ਕਰਕੇ ਕਿਹਾ ਵੀ ਭਾਈ ਸਾਡੀ ਇੱਥੇ ਸੁਣਵਾਈ ਕੀਤੀ ਜਾਵੇ, ਵੀ ਕੱਲ ਨੂੰ ਕੋਈ ਜਾਨੀ ਮਾਨੀ ਨੁਕਸਾਨ ਹੋ ਗਿਆ। ਹੁਣ ਜਵਾਕਾਂ ਨੂੰ ਤਾਂ ਜੀ ਅਸੀਂ ਵੜ ਕੇ ਘਰੇ ਬਿਠਾ ਨਹੀਂ ਸਕਦੇ, ਉਹ ਕਿਸੇ ਟਾਈਮ ਤੇ ਵੀ ਘਰੋਂ ਨਿਕਲ ਕੇ ਜਾ ਸਕਦੇ ਨੇ। ਜੇ ਵਿੱਚ ਡਿੱਗ ਗਏ ਉਹਨਾਂ ਨੂੰ ਕੌਣ ਬਚਾਊਗਾ ਜੀ? ਕੋਈ 24 ਘੰਟੇ ਤਾਂ ਨਿਗਾਹ ਰੱਖਦਾ ਨਹੀਂ ਹੁੰਦਾ ਜੀ। ਸੋ ਬਹੁਤ ਹੀ ਨਿਰਾਸ਼ ਹੋ ਰੱਖੇ ਨੇ ਜਿਹੜੇ ਨਿਵਾਸੀ ਨੇ। ਤੁਹਾਨੂੰ ਮਹੱਲੇ ਦਾ ਹੋਰ ਵੀ ਜਿਹੜਾ ਹੈਗਾ ਪੂਰਾ ਦਾ ਪੂਰਾ ਮਹੱਲਾ ਦਿਖਾਉਂਦੇ ਹਾਂ ਕਿਸ ਤਰ੍ਹਾਂ ਨਾਲ ਜਿਹੜਾ ਇਹ ਪੱਟਿਆ ਹੋਇਆ ਨਜ਼ਰ ਆ ਰਿਹਾ। ਸੋ ਤੁਸੀਂ ਤਸਵੀਰਾਂ ਦੇਖੀਆਂ ਨੇ ਕਿਸ ਤਰ੍ਹਾਂ ਨਾਲ ਬੁਰਾ ਹਾਲ ਹੋ ਚੁੱਕਿਆ ਮਹੱਲਿਆਂ ਦੇ ਵਿੱਚ। ਤੋਂ ਗੱਡੀਆਂ ਦੀ ਤਸਵੀਰਾਂ ਦਿਖਾਉਂਦੇ, ਗੱਡੀਆਂ ਧਸੀਆਂ ਪਈਆਂ ਨੇ ਪਰ ਕੋਈ ਸਾਰ ਲੈਣ ਤੱਕ ਹਜੇ ਤੱਕ ਨਹੀਂ ਆਇਆ। ਬਰਸਾਤ ਦਾ ਮੌਸਮ ਫਿਰ ਇੱਕ ਵਾਰ ਤੋਂ ਹੋਣ ਵਾਲੀ ਤਿਆਰ ਹੈ ਤੇ ਲੋਕ ਜਿਹੜੇ ਮਹੱਲੇ ਦੇ ਨੇ ਉਹ ਇਕੱਠ ਕਰਕੇ ਬੈਠੇ ਹੋਏ ਨੇ, ਕਿਉਂਕਿ ਇਹਨਾਂ ਦੇ ਵੱਲੋਂ ਬਾਰ-ਬਾਰ ਠੇਕੇਦਾਰ ਤੇ ਉਹ ਜਿਹੜੇ ਇੱਥੇ ਦੇ ਸਰਪੰਚ ਜਾਂ ਕੌਂਸਲਰ ਨੇ ਉਹਨਾਂ ਨੂੰ ਕਾਲ ਕੀਤੀ ਜਾ ਰਹੀ ਹੈ ਪਰ ਉਹ ਆ ਨਹੀਂ ਰਹੇ ਹੈਗੇ। ਤਸਵੀਰਾਂ ਤੁਸੀਂ ਸਾਫ਼ ਦੂਰ ਤੱਕ ਨਜ਼ਰ ਆ ਰਹੀਆਂ ਨੇ ਕਿਸ ਤਰ੍ਹਾਂ ਨਾਲ ਜਿਹੜੇ ਖੱਡੇ ਪੈ ਚੁੱਕੇ ਨੇ। ਜਿਹੜੇ ਪਾਣੀ ਦਾ ਬਰਸਾਤ ਜਿਹੜੇ ਪਾਣੀ ਹੈ ਸੀਵਰੇਜ ਜਿੱਥੇ ਪਿਆ ਹੋਇਆ ਉਹ ਧੱਸ ਚੁੱਕਿਆ ਹੈ। ਮੇਨ ਲਾਈਨ ਹੈ ਜਿਹੜੀ ਸਰ, ਲਗਾਤਾਰ ਬਾਰਿਸ਼ ਹੋ ਰਹੀ ਹੈ। ਤਸਵੀਰਾਂ ਸਾਹਮਣੇ ਨੇ, ਖੱਡੇ ਪੈ ਚੁੱਕੇ ਨੇ, ਕੋਈ ਗੱਡੀ ਤੱਕ ਆਉਣ ਜੋਗੀ ਨਹੀਂ ਹੈਗੀ, ਧੱਸ ਰਹੀਆਂ ਨੇ। ਕੀ ਸਮਝਦੇ ਹੋ ਇਹਨੂੰ? ਮੈਂ ਪਹਿਲਾਂ ਤਾਂ ਔਨ 에ਅਰ ਦਾ ਸਵਾਗਤ ਕਰਦਾ, ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਜਿਹਨੇ ਸਾਡੀ ਤਾਂ ਸਰਕਾਰ ਤੱਕ ਪਹੁੰਚਾਉਣ ਦੇ ਲਈ ਇੱਥੇ ਪਹੁੰਚੇ। ਬੜੀ ਮੁਸ਼ਕਲ ਨਾਲ ਇੱਥੋਂ ਤੱਕ ਪਹੁੰਚੋ ਤੁਸੀਂ ਵੀ। ਮੇਰਾ ਖਿਆਲ ਹੈ ਮੈਨੂੰ 1.5 ਘੰਟਾ ਹੋ ਗਿਆ ਫੋਨ ਕਰੇ ਨੂੰ, 1.5 ਘੰਟੇ ਦੇ ਵਿੱਚ ਤੁਸੀਂ ਇੱਥੇ ਸਾਡੇ ਕੋਲ ਪਹੁੰਚੋ। ਤੇ ਸਾਡੀਆਂ ਮੇਨ ਇਸ ਕਲੋਨੀ ਨੂੰ 2 ਹੀ ਗਲੀਆਂ ਹੈ ਜਿਹੜੇ ਪੂਰੇ ਕਲੋਨੀ ਵਾਸੀ ਅਸੀਂ ਇੱਥੋਂ ਨਿਕਲ ਸਕਦੇ ਹਾਂ। ਔਰ ਉਹ ਠੇਕੇਦਾਰ ਨੇ ਕੋਈ ਰਸਤਾ ਕੰਪਲੀਟ ਨਹੀਂ ਕਰਕੇ ਦਿੱਤਾ, ਸਾਰੀਆਂ ਗਲੀਆਂ ਪੱਟਤੀਆਂ, ਜਿਹੜੀਆਂ ਵਿੱਚ ਕਲੋਨੀ ਦੇ ਗਲੀਆਂ ਸੀ ਉਹ ਵੀ ਪੱਟਤੀਆਂ। ਕੋਈ ਇਨਸਾਨ ਘਰ ਤੋਂ ਨਿਕਲ ਨਹੀਂ ਸਕਦਾ। ਐਮਰਜੈਂਸੀ ਜੇ ਕਿਸੇ ਨੂੰ ਲੋੜ ਪੈ ਜੇ ਤਾਂ ਨਾ ਇੱਥੇ ਕੋਈ ਐਂਬੂਲੈਂਸ ਆ ਸਕਦੀ ਹੈ, ਨਾ ਆਦਮੀ ਆਪਦੇ ਵਹੀਕਲ ਤੇ ਜਾ ਸਕਦਾ ਹੈ। ਕੱਲ ਮੇਰਾ ਖਿਆਲ ਹੈ 90% ਮੁਲਾਜ਼ਮ ਇਸ ਕਲੋਨੀ ਦੇ ਵਿੱਚ ਜਿਨ੍ਹਾਂ ਨੇ ਛੁੱਟੀ ਲੈ ਕੇ ਘਰੇ ਰਹੇ, ਡਿਊਟੀ ਨਹੀਂ ਕਰ ਸਕੇ। ਕਈ ਮੁਲਾਜ਼ਮ ਮੈਂ ਇਹ ਪੁੱਡਾ ਦੀ ਰੈਲਿੰਗ ਉੱਤੋਂ ਦੀ ਟੱਪ ਕੇ ਡਿਊਟੀ ਤੇ ਜਾਂਦੇ ਦੇਖੇ, ਕਿਉਂਕਿ ਕੋਈ ਰਸਤਾ ਨਹੀਂ ਸੀ। ਇੰਨਾ ਬੁਰਾ ਹਾਲ ਹੈ। ਕੋਈ ਠੇਕੇਦਾਰ ਦਾ, ਕੋਈ ਪੰਚਾਇਤ ਦਾ ਨਹੀਂ। ਸਰਪੰਚ ਨੂੰ 7 ਦਿਨ ਹੋ ਗਏ, ਲੋਕ ਬਾਰਗੇ ਵੇਟ ਕਰ ਰਹੇ ਆ, ਪਤਾ ਨਹੀਂ ਕਿੱਥੇ ਗਿਆ, ਕਹਿੰਦੇ ਅੰਦਰ ਹੀ ਲੌਕ ਹੋ ਰਿਹਾ, ਸਰਪੰਚ ਦਿਖਾਈ ਨਹੀਂ ਦੇ ਰਿਹਾ। ਔਰ ਸਰਕਾਰ ਨੇ ਤਾਂ ਕੰਨਾਂ ਤੇ ਰੂਹ ਨਹੀਂ ਝਿੜਕਦੀ। 24 ਲੱਖ ਰੁਪਇਆ ਪਿਛਲੇ ਮਹੀਨੇ ਦੀ 4 ਤਰੀਕ ਦਾ ਸਾਡੇ ਅਕਾਊਂਟ 'ਚ ਆਇਆ ਸੀ ਪੰਚਾਇਤ ਦੇ 'ਚ, ਪਰ ਸਰਪੰਚ ਨੂੰ ਜਦੋਂ ਪੁੱਛਿਆ ਗਿਆ ਕਹਿੰਦਾ 10 ਲੱਖ ਰੁਪਇਆ ਜਲਾਲਾਣੇ ਦੇ ਵਿੱਚ ਪਾਤਾ, ਮਦਨ ਜਲਾਲਪੁਰ ਦੇ ਖਾਤੇ 'ਚ ਕੋਈ ਹੋਰ ਸਕੀਮ ਬਣਾ ਕੇ। ਸਾਡੇ ਪਿੰਡ ਦਾ ਪੈਸਾ ਚੱਕ ਕੇ ਉਸ ਜਲਾਲਪੁਰ ਦੇ ਵਿੱਚ ਪਾ ਕੇ ਉੱਥੋਂ ਦਾ ਵਿਕਾਸ ਹੋ ਰਿਹਾ, ਸਾਡੀ ਕੋਈ ਸੁਣਨ ਵਾਲਾ ਨਹੀਂ। ਅਸੀਂ ਬਹੁਤ ਦੁਖੀ ਹਾਂ। ਮੈਂ ਮਹਾਰਾਜਾ CM ਸਾਹਿਬ ਭੁਪਿੰਦਰ ਸਿੰਘ ਨੂੰ ਤੇ ਰਾਣੀ ਪ੍ਰਨੀਤ ਕੌਰ ਨੂੰ
ਇੱਕ ਬੇਨਤੀ ਕਰਦਾ ਵੀ 15 ਸਾਲ ਲਗਾਤਾਰ ਅਸੀਂ ਉਹਨੂੰ ਐਮਪੀ ਬਣਾਇਆ ਤੇ 5 ਕਰੋੜ ਰੁਪਇਆ 1 ਸਾਲ ਦਾ ਮਿਲਦਾ, 75 ਕਰੋੜ ਰੁਪਇਆ ਤਾਂ ਉਹਨਾਂ ਨੇ ਉਹ ਕਿੱਥੇ ਲਾਇਆ? ਉਹਦੇ ਨਾਲ ਕਿੰਨਾ ਸਾਡਾ ਵਿਕਾਸ ਹੋਇਆ। ਤੇ ਹੁਣ 5 ਸਾਲਾਂ ਤੋਂ ਦੁਬਾਰਾ ਫੇਰ ਅਸੀਂ ਉਹਨੂੰ ਫੇਰ ਇਸ ਇਲਾਕੇ ਦੀ ਬਾਗਡੋਰ ਸੰਭਾਈ ਹੈ ਤੇ ਉਹ ਸਾਨੂੰ ਪਲੀਜ਼ ਦੱਸ ਦੇਣ ਵੀ ਸਾਡੇ ਵਾਸਤੇ ਕੀ ਕੀਤਾ ਹੈ। ਤੇ ਵੋਟਾਂ ਦੀ ਗੱਲ ਕੀਤੀ ਜੇ, ਵੋਟਾਂ ਲੈਣ ਵਾਸਤੇ ਤਾਂ ਹਰੇਕ ਕੋਈ ਤੁਰਿਆ ਫਿਰ ਰਿਹਾ। ਹੁਣ ਵੋਟਾਂ ਲੈਣ ਵਾਸਤੇ ਇੱਥੇ ਕੋਈ ਆਂਦਾ ਕਿਉਂ ਨਹੀਂ? ਹੁਣ ਜੇ ਐਡਾ ਕੰਮ ਵਿਗੜਿਆ ਹੋਇਆ ਹੈ, ਕੋਈ ਐਮਰਜੈਂਸੀ ਕਿਸੇ ਨੂੰ ਲੋੜ ਪੈ ਜੇ, ਕੋਈ ਬਜ਼ੁਰਗ ਬਿਮਾਰ ਹੋ ਜੇ, ਐਂਬੂਲੈਂਸ ਆਉਣ ਵਾਸਤੇ ਕੋਈ ਰਸਤਾ ਹੈਗਾ? ਨਹੀਂ ਜੀ, ਕੋਈ ਰਸਤਾ ਨਹੀਂ ਹੈਗਾ। ਬਹੁਤ ਪਰੇਸ਼ਾਨੀ ਹੁੰਦੀ ਹੈ। ਕੱਲ ਮੈਂ ਵੀ ਸਰਕਾਰੀ ਟੀਚਰ ਹੈ, ਜਾ ਰਹੀ ਸੀ, ਕਿਸੇ ਦੇ ਘਰ ਦੇ ਵਿੱਚੋਂ ਵੀ ਲੰਘ ਕੇ ਚਲੀ ਗਈ, ਪਰ ਮੈਨੂੰ ਜਾਣ ਦੀ ਬਹੁਤ ਸਮੱਸਿਆ ਹੋਈ ਤੇ ਮੈਨੂੰ ਛੁੱਟੀ ਲੈਣੀ ਪਈ। ਅੱਜ ਵੀ ਬੜੀ ਮੁਸ਼ਕਲ ਨਾਲ ਮੈਂ ਸਕੂਲ ਪਹੁੰਚਿਆ ਜੀ। ਬਹੁਤ ਜ਼ਿਆਦਾ ਦਿੱਕਤ ਹੈ। ਇਸ ਵਿੱਚ ਸਾਨੂੰ ਪੂਰੀ ਕਾਮਯਾਬੀ ਦੇਣੀ ਹੋਣੀ ਚਾਹੀਦੀ ਹੈ। ਜੋ ਵੀ ਸਾਡੇ ਵਿਚਾਰ ਰੱਖੇ ਗਏ ਆ, ਚੰਗੀ ਤਰ੍ਹਾਂ ਇਸ 'ਤੇ ਵਿਚਾਰਿਆ ਜਾਵੇ ਜੀ। ਮੈਮ ਵੋਟਾਂ ਨੂੰ ਐਮਐਲਏ ਕਿਹੜਾ ਹੈ ਤੁਹਾਡੇ ਇੱਥੇ? ਜਦੋਂ ਵੋਟਾਂ ਲੈਣੀਆਂ ਆਉਂਦੀਆਂ ਨੇ ਉਦੋਂ ਤਾਂ ਸਾਰੇ ਭੱਜੇ ਆਉਂਦੇ ਨੇ, ਹੁਣ ਕੋਈ ਸਾਰ ਲੈਣ ਵਾਸਤੇ ਨਹੀਂ ਪਹੁੰਚ ਰਿਹਾ? ਹੁਣ ਸਰ ਇੱਥੇ ਅਕਾਲੀ ਪਾਰਟੀ ਹੈ ਵੈਸੇ ਤਾਂ, ਪਰ ਇੱਥੋਂ ਹਮੇਸ਼ਾ ਹੀ ਇਸ ਕਲੋਨੀ ਚੋਂ ਕਾਂਗਰਸ ਨੂੰ ਵੋਟ ਮਿਲਦੀ ਰਹੀ ਆ, ਇਹ ਉਹਨਾਂ ਨੂੰ ਵੀ ਪਤਾ ਆ। ਪਰ ਹੁਣ ਸਾਡੀ ਖੁਦ ਮਾਤਾ ਜੀ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਘਰ ਛੱਡ ਕੇ ਆਏ ਆ। ਜੇ ਬਿਮਾਰ ਹੋ ਗਏ ਤਾਂ ਅਸੀਂ ਕਿੱਥੋਂ ਉਹਨਾਂ ਨੂੰ ਲੈ ਕੇ ਜਾਵਾਂਗੇ? ਕੱਲ ਤੋਂ ਅਸੀਂ ਮਾਤਾ ਜੀ ਨੂੰ ਉੱਧਰ ਛੱਡ ਆਏ ਆ ਆਪਣੇ ਘਰ ਚੋਂ, ਜਾਣੀ ਕਿ ਅਸੀਂ ਮੈਂਬਰ ਵੀ ਛੱਡਣੇ ਸ਼ੁਰੂ ਕਰਤੇ ਆ ਵੀ ਅਸੀਂ ਕਿਤੇ ਜਾ ਨਹੀਂ ਸਕਦੇ, ਵੀ ਅਸੀਂ ਤਾਂ ਚਲੋ ਸਾਨੂੰ ਤਾਂ ਕੋਈ ਲੈ ਜਾਊਗਾ, ਉਹਨਾਂ ਨੂੰ ਕੌਣ ਲੈ ਕੇ ਜਾਊਗਾ? ਬਰਸਾਤ ਫਿਰ ਇੱਕ ਵਾਰ ਸ਼ੁਰੂ ਹੋਣ ਵਾਲੀ ਹੈ, ਕੀ ਲੱਗਦਾ ਕਿ ਹੁਣ ਤੁਹਾਨੂੰ ਹੋਰ ਜ਼ਿਆਦਾ ਦਿੱਕਤ ਆਏਗੀ? ਉਹ ਤਾਂ ਪਤਾ ਹੀ, ਉਹ ਦੇਖ ਹੀ ਰਿਹਾ, ਉਹ ਤਾਂ ਹੁਣੇ ਦਿੱਕਤ ਆ ਤੇ ਜੇ ਜ਼ਿਆਦਾ ਬਰਸਾਤ ਹੋ ਗਈ ਤੇ ਅਸੀਂ ਤਾਂ ਅੰਦਰ ਕੈਦ ਹੈਗੇ ਹੀ ਆ। ਸੋ ਇਹਨਾਂ ਦਾ ਸਾਫ਼ ਤੌਰ ਜਿਹੜੇ ਹੈਗੇ ਨੇ ਮਹੱਲਾ ਵਾਸੀ, ਇਹਨਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਅਸੀਂ ਬਰਸਾਤ ਹੋਣ ਵਾਲੀ ਹੈ, ਫਿਰ ਅਸੀਂ ਕੈਦ ਹੀ ਹਾਂ ਵਿੱਚ ਇੱਥੇ। ਫਿਰ ਬਾਪੂ ਜੀ ਸਰਕਾਰ ਕਿਉਂ ਨਹੀਂ ਸਾਰ ਲੈ ਰਹੀ ਹੈਗੀ? ਸਰਪੰਚ ਕਿਉਂ ਲੁਕਿਆ ਫਿਰਦਾ? ਕਿ ਕਿਸ ਚੀਜ਼ ਦਾ ਡਰ ਹੈ ਕਿ ਉਹਦੇ ਕੋਲ ਪੈਸੇ ਦਾ ਜਿਹੜਾ ਹੈਗਾ ਹਿਸਾਬ ਕਿਤਾਬ ਨਾ ਮੰਗਿਆ ਜਾਏ? ਕਿਉਂਕਿ ਸੀਵਰੇਜ ਦਾ ਕੰਮ ਹੈ, ਸੀਵਰੇਜ ਪੈ ਚੁੱਕਿਆ, ਫਿਰ ਸੜਕ ਕਿਉਂ ਨਹੀਂ ਪਾ ਰਹੇ? ਇੰਨਾ ਟਾਈਮ ਕਿਉਂ ਲੱਗ ਰਿਹਾ? ਇਹ ਤਾਂ ਹੁਣ ਸਰਪੰਚ ਸਾਹਿਬ ਨੂੰ ਨਹੀਂ ਪਤਾ ਹੋਣਾ ਚਾਹੀਦਾ ਜੀ, ਤੇ ਕਿਉਂ ਨਹੀਂ ਬਣ ਰਹੀ। ਤੇ ਉਹ ਪਤਾ ਨਹੀਂ ਕਿੱਥੇ ਛੁਪਿਆ ਹੋਇਆ, ਹਫਤਾ ਹੋ ਗਿਆ, ਉਹਨਾਂ ਨੂੰ ਫੋਨ ਵੀ ਕਰਦੇ ਆਏ ਹੀ ਨਹੀਂ ਹੈਗਾ ਉਹ। ਸੋ ਤੁਸੀਂ ਦੇਖ ਰਹੇ ਹੋ ਕਿ ਇੱਕ ਬਜ਼ੁਰਗ ਕਿਸ ਤਰ੍ਹਾਂ ਨਾਲ ਬੜੇ ਦਿੱਕਤ ਨਾਲ ਆਉਂਦੇ ਹੋਏ ਨਜ਼ਰ ਆ ਰਹੀ ਹੈ। ਇੱਕ ਬੱਚੇ ਦੇ ਨਾਲ ਤਸਵੀਰ ਤੁਸੀਂ ਸਾਫ਼ ਦੇਖ ਰਹੇ ਹੋ, ਇੱਕ ਪਾਸੇ ਐਡਾ ਖੱਡਾ ਹੈ ਤੇ ਇੱਕ ਪਾਸੇ ਇੱਕ ਬਜ਼ੁਰਗ ਨਜ਼ਰ ਆ ਰਹੀ ਹੈ, ਜਿਹੜੀ ਇੱਕ ਬੜੀ ਹੀ ਦਿੱਕਤ ਨਾਲ ਨਿਕਲਦੀ ਹੋਈ ਨਜ਼ਰ ਆ ਰਹੀ ਹੈ। ਕਿਉਂਕਿ ਸਾਨੂੰ ਵੀ ਬੜੀ ਦਿੱਕਤ ਆ ਰਹੀ ਹੈ। ਬਜ਼ੁਰਗੋ ਕਿੰਨਾ ਸਮਾਂ ਹੋ ਗਿਆ ਇਸ ਨੂੰ ਪਏ ਨੂੰ? ਹੋਰ ਹਾਂਜੀ, ਬਾਬਾ ਚਿਰ ਹੋ ਗਿਆ ਪਏ ਨੂੰ। ਤੇ ਇਹ ਨਾ ਜਦੋਂ ਬਰਸਾਤ ਪਈ ਏ ਇੱਕਦਮ ਥੱਲੇ ਹੀ ਆ ਗਈ ਏ। ਇਹ ਕਿਸੇ ਦੇ ਵੱਸ ਦੀ ਗੱਲ ਤੇ ਨਹੀਂ ਨਾ, ਇਹ ਕਿਸੇ ਨੇ ਗੇਰੀ ਨਹੀਂ, ਨਾ ਕੋਈ ਗੱਡੀ ਵੀ ਨਹੀਂ ਲੰਘੀ, ਇਹ ਤੇ ਬਰਸਾਤ ਦੇ ਕਾਰਨ ਨੀਚੇ ਬੈਠ ਗਈ। ਕਿੰਨਾ ਸਮਾਂ ਹੋ ਗਿਆ ਇਸ ਨੂੰ ਪਏ ਹੋਏ ਨੂੰ ਤੇ ਸੜਕ ਕਿਉਂ ਨਹੀਂ ਪਈ ਇੰਨਾ ਟਾਈਮ? ਇਹ ਪਤਾ ਨਹੀਂ ਕਿਉਂ ਨਹੀਂ ਪਾਈ ਬਈ, ਸਮਾਂ ਤੇ 2-3 ਮਹੀਨੇ ਹੋ ਗਏ, 3 ਕੁ ਮਹੀਨੇ ਹੋ ਹੀ ਗਏ। ਸੋ ਤੁਸੀਂ ਦੇਖ ਰਹੇ ਹੋ ਕਿ ਇੱਕ ਬਜ਼ੁਰਗ ਇੱਕ ਬੱਚੇ ਨਾਲ ਕਿੰਨੀ ਦਿੱਕਤ ਦੇ ਨਾਲ ਆਉਂਦੇ ਹੋਏ ਨਜ਼ਰ ਆ ਰਹੀ ਹੈ। ਸਾਨੂੰ ਵੀ ਦਿੱਕਤ ਹੈ, ਕਿਤੇ ਪੈਰ ਫਿਸਲ ਕੇ ਵਿੱਚ ਨਾ ਆ ਜਾਏ। ਤੇ ਖੱਡਾ ਏਡਾ ਪੈ ਚੁੱਕਿਆ ਹੈ, ਪਾਣੀ ਦੇ ਜਿਹੜਾ ਭਰਿਆ ਹੋਇਆ। ਬਰਸਾਤ ਫਿਰ ਦੁਬਾਰਾ ਆਉਣ ਵਾਲੀ ਹੈ, ਲੋਕ ਇੱਥੇ ਇਕੱਠੇ ਹੋਏ ਪਏ ਨੇ, ਪਰ ਸਰਪੰਚ ਨਾ ਹੀ ਕੋਈ ਠੇਕੇਦਾਰ ਇੱਥੇ ਆਉਣ ਨੂੰ ਤਿਆਰ ਹੈ। ਲੋਕ ਕਈਆਂ ਨਾਲ ਆਪਣੇ ਘਰ ਦਾ ਸਵਾਰ ਕਰ ਰਹੇ ਨੇ ਕਿ ਰਸਤਾ ਬਣਾਇਆ ਜਾਵੇ। ਇੱਕ ਤੁਸੀਂ ਜਿਹੜਾ ਪਿੱਛੇ ਟਰੈਕਟਰ ਹੈ ਉਹ ਵੀ ਦਿਖਾਇਆ ਸੀ, ਉਹ ਵੀ ਨੀਚੇ ਧੱਸ ਚੁੱਕਿਆ ਹੈ, ਗੱਡੀਆਂ ਧੱਸਦੀਆਂ ਨਜ਼ਰ ਆ ਰਹੀਆਂ ਨੇ, ਪਰ ਕੋਈ ਵੀ ਜਿਹੜਾ ਹੈਗਾ ਸਰਕਾਰੀ ਤੰਤਰ ਇੱਥੇ ਤੱਕ ਪਹੁੰਚਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈਗਾ। ਹੈਲੋ, ਹਾਂਜੀ ਸਰ। ਲਖਵਿੰਦਰ ਜੀ? ਹਾਂਜੀ ਹਾਂਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ, ਕੁਲਵਿੰਦਰ ਘੁੰਮਣ ਬੋਲ ਰਿਹਾ, ਰਿਪੋਰਟਰ। ਹਾਂਜੀ ਹਾਂਜੀ ਘੁੰਮਣ ਸਾਹਿਬ। ਸਰ ਤੁਹਾਡੇ ਏਰੀਆ ਦੇ ਵਿੱਚ ਆਏ ਹੋਏ ਆ, ਤੁਹਾਡੇ ਮਹੱਲਾ ਨਿਵਾਸੀ ਤੁਹਾਡੇ ਘਰ ਦੇ ਬਾਹਰ ਖੜੇ ਹੋਏ ਨੇ, ਤੇ ਇਹਨਾਂ ਦਾ ਇਸ਼ੂ ਹੈ ਕਿ ਗਲੀਆਂ ਜਿਹੜੀਆਂ ਹੈਗੀਆਂ ਨਹੀਂ ਬਣ ਰਹੀਆਂ ਹੈਗੀਆਂ ਤੇ ਧੱਸ ਰਹੀਆਂ ਗੱਡੀਆਂ। ਹਾਂਜੀ, ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰ? ਘੁੰਮਣ ਸਾਹਿਬ ਇਹ ਆ ਵੀ ਰਹਿਣਾ ਅਸੀਂ ਤੇ ਚਾਹੁੰਦੇ ਆ ਬਣਨੀਆਂ ਚਾਹੀਦੀਆਂ ਨੇ, ਇਹਨਾਂ ਨੂੰ ਆਪਾਂ ਮਿਲੇ ਵੀ ਆ 1-2 ਵਾਰੀ ਜੀ। ਤੇ ਕੁਝ ਇਹ ਆ ਵੀ ਫੰਡ ਵਾਸਤੇ ਅਸੀਂ ਜਾਂਦੇ ਆ, ਫੰਡ ਮਿਲ ਜਾਂਦਾ ਤੇ ਬਣਾਉਂਦੇ ਆ। ਦਰਜਾ ਜਿੰਨਾ ਕੋ ਹੈਗਾ ਸੀ ਉਹਨਾਂ ਕੋ ਲਾ ਕੇ ਬਣਾਈਆਂ ਨੇ। ਦੇਖੋ ਸਾਰੀਆਂ ਇੱਕਦਮ ਤੇ ਬਣਦੀਆਂ ਨਹੀਂ, ਜਦੋਂ ਹੁਣ ਸਰਕਾਰ ਫੰਡ ਦਿੰਦੀ ਤਾਂ ਅਸੀਂ ਨਾਲ ਦੀ ਨਾਲ ਸਾਡੀ ਵੀ ਕੋਸ਼ਿਸ਼ ਹੈ ਵੀ ਵੱਧ ਤੋਂ ਵੱਧ ਆਪਣੀ ਕਲੋਨੀ ਦੀ ਡਿਵੈਲਪਮੈਂਟ ਕਰਾਈਏ। ਪਰ ਸਮਾਂ ਬਹੁਤ ਲੱਗ ਰਿਹਾ ਨਾ, ਕਿਉਂਕਿ ਗੱਡੀਆਂ ਹੁਣ ਵੀ ਅਸੀਂ ਦੇਖਦੇ ਆ ਰਹੇ ਹਾਂ, ਗੱਡੀਆਂ ਕਾਫੀ ਧੱਸ ਗਈਆਂ। ਇਹ ਮੌਸਮ ਜਿਹੜਾ ਹੈ ਨਾ ਤਾਂ ਕਿਸੇ ਦੇ ਹੱਥ ਵਾਸਤੇ, ਨਾ ਮੇਰੇ ਹੱਥ ਵਾਸਤੇ, ਨਾ ਤੁਹਾਡੇ ਹੱਥ ਜੀ ਵਾਸਤੇ। ਜੀ ਜੀ। ਤੇ ਸੀਵਰੇਜ ਹੁਣ ਤਾਜ਼ਾ ਪਿਆ ਹੋਇਆ, ਜਿਹੜੀਆਂ ਸੜਕਾਂ ਬਣੀਆਂ ਨੇ ਉਹ ਵੀ ਧੱਸ ਰਹੀਆਂ ਨੇ। ਉਹਦੇ 'ਚ ਤਾਂ ਨਹੀਂ ਨਾ ਦੇਖੋ ਕੁਝ ਪੰਚਾਇਤ ਦਾ ਕਸੂਰ ਨਹੀਂ ਲਖਵਿੰਦਰ ਜੀ, ਜੇ ਅਗਰ ਕੋਈ ਕਿਸੇ ਨੂੰ ਐਮਰਜੈਂਸੀ ਪੈ ਜਾਏ ਫਿਰ ਆਪਾਂ ਕੀ ਕਰ ਸਕਦੇ ਹਾਂ? ਉਹਦੇ ਕੋਈ ਹੱਲ ਹੈਗਾ ਉਹਦਾ ਕੋਈ? ਹੁਣ ਹੱਲ ਤਾਂ ਦੇਖੋ ਆਪਾਂ ਅਰਚਾ ਤੱਕ ਮਾਨ ਸਾਹਿਬ ਨੇ ਸਾਡੇ ਹਲਕਾ ਇੰਚਾਰਜ, ਉਹਨਾਂ ਕੋਲ 3-4 ਵਾਰੀ ਜਾਏ ਆ, ਸਾਨੂੰ ਇਹੀ ਕਹਿੰਦੇ ਨੇ ਵੀ ਹਾਂ ਕੋਈ ਨਹੀਂ ਕਰ ਰਹੇ ਆ, ਦੇ ਰਹੇ ਆ। ਹੁਣ ਜਦੋਂ ਪੈਸਾ ਹੋਏਗਾ ਤੇ ਕੰਮ ਹੋਏਗਾ, ਜੋ ਪੈਸੇ ਹੀ ਹੈ ਨਹੀਂ
ਤੇ ਪੈਸੇ ਤੋਂ ਬਿਨਾਂ ਅਸੀਂ ਹੁਣ ਉੱਥੇ ਰੱਖੜੇ ਵੀ ਉੱਥੇ ਉਹਨਾਂ ਦੇ ਫਾਰਮ ਤੇ ਵੀ ਜਾਏ ਆ ਆਪਣਾ ਕੀ ਉਹਨਾਂ ਜੋੜਾ ਮਾਜਰੇ ਉਹਨਾਂ ਦੇ ਪਿੰਡ ਇੱਧਰ ਵੀ ਇੱਥੇ ਵੀ ਮਿਲਦੇ ਰਹੀਦਾ ਲੇਕਿਨ ਸਰਕਾਰ ਤੋਂ ਫੰਡ ਤਾਂ ਸਰਕਾਰ ਨੇ ਦੇਣਾ ਹੈ ਸਾਡੀ ਕੰਮ ਹੈ ਕੋਸ਼ਿਸ਼ ਕਰਨਾ ਅੱਗੇ ਲੱਗ ਕੇ। ਪਰ ਮਹੱਲਾ ਨਿਵਾਸੀ ਕਹਿ ਰਹੇ ਨੇ ਕਿ ਅਸੀਂ ਕਾਫੀ ਦੇਰ ਹੋ ਗਿਆ ਕਿ ਜਿਹੜੇ ਹੈਗੇ ਇਹਨਾਂ ਕੋਲ ਫੰਡ ਆਇਆ ਹੋਇਆ ਹੈ ਤੇ ਅਸੀਂ ਇਕੱਠੇ ਹੋਏ ਪਏ ਹਾਂ ਇੱਥੇ। ਸਰ ਕੋਈ ਫੰਡ ਨਹੀਂ ਆਇਆ, ਜਿਹੜਾ ਪੈਸਾ ਆਇਆ ਸੀ ਜਿਹੜਾ ਇਹਨਾਂ ਨੂੰ ਮਹੱਲਾ ਵਾਸੀਆਂ ਨੂੰ ਗਲਤਫਹਿਮੀ ਹੋ ਰਹੀ ਹੈ ਉਹ ਪੰਚਾਇਤੀ ਰਾਜ ਨੂੰ ਮਿਲਿਆ ਸੀ। ਪੰਚਾਇਤੀ ਰਾਜ ਨੇ ਉਹ 1 ਨੰਬਰ ਗਲੀ ਬਣਾਈ ਹੈ, ਕੁਛ 1-2 ਵਿੱਚ ਬਣਾਈਆਂ ਨੇ, ਬਾਕੀ ਬਰਸਾਤ ਕਰਕੇ ਕੰਮ ਰੁਕਿਆ ਹੋਇਆ। ਅੱਗੇ ਇੱਕ ਗਲੀ ਦਾ ਟੈਂਡਰ ਹੋਇਆ ਟੈਂਕੀ ਦੇ ਕੋਲ। ਪਰ ਮੈਂ ਦੇਖਿਆ ਜਾ ਰਿਹਾ ਕਿ ਤੁਹਾਡੀ ਗਲੀ ਦੇ ਵਿੱਚ ਖੜੇ ਹੋਏ ਆ, ਤੁਹਾਡੀ ਗਲੀ ਬਣੀ ਹੋਈ ਹੈ, ਬਾਕੀ ਗਲੀਆਂ ਨੂੰ ਇਹ ਕਹਿ ਰਹੇ ਨੇ ਕਿ ਇਹਨਾਂ ਦੀ ਸਰਪੰਚ ਸਾਹਿਬ ਨੇ ਆਪਣੀ ਗਲੀ ਬਣਾ ਲਈ। ਸਾਡੀ ਬਣਾਵਾਂਗੇ ਜੀ, ਉਹ ਤਾਂ ਸਿਰੇ ਲੱਗੇਗੀ ਜਿਹੜੀ ਬਣ ਗਈ। ਹੁਣ ਦੇਖੋ ਜੇ ਇਹ ਇਤਰਾਜ਼ ਕਰੀ ਜਾਣ ਵੀ ਆਹ ਕਿਉਂ ਬਣ ਗਈ ਏ, ਦਰਜਾ ਮਦਰਜਾ ਬਣ ਜਾਣੀਆਂ। ਜੇ ਇਹਨਾਂ ਦੀ ਪਹਿਲਾਂ ਬਣ ਜਾਂਦੀ ਫਿਰ ਇਹ ਦੂਸਰੇ ਇਤਰਾਜ਼ ਕਰਨ ਲੱਗ ਜਾਂਦੇ ਵੀ ਸਾਡੀ ਨਹੀਂ ਬਣੀ। ਗੱਲ ਤਾਂ ਘੁੰਮਣ ਸਾਹਿਬ ਇਹੀ ਆ ਵੀ ਇਹਨਾਂ ਨੂੰ ਵੀ ਜੇ ਨਹੀਂ ਕਿਸੇ ਨੂੰ ਵਿਸ਼ਵਾਸ ਤੇ ਮੇਰੇ ਨਾਲ ਚੱਲਣ, ਮੈਂ ਨਾਲ ਲੈ ਚੱਲਦਾ। ਜੇ ਮੇਰਾ ਕੋਈ ਕਸੂਰ ਹੈ ਮੈਂ ਜਿੰਨੇ ਜੋਗਾ ਹੈਗਾ ਮੈਂ ਕੋਸ਼ਿਸ਼ ਕਰ ਰਿਹਾ, ਜਿੰਨਾ ਜੋਗਾ ਹੈਗਾ ਦਰਜਾ ਮਦਰਜਾ ਕਰ ਰਿਹਾ। ਬਾਕੀ ਜਿਹੜਾ ਇਹ ਪੈਸਾ ਕਹਿੰਦੇ ਨੇ ਆਇਆ ਉਹ ਪੈਸਾ ਪੰਚਾਇਤੀ ਰਾਜ ਦਾ ਆਇਆ ਸੀ, ਪੰਚਾਇਤੀ ਰਾਜ ਨੇ ਲਾਣਾ। ਉਹ 'ਚ ਪੰਚਾਇਤ ਦੀ ਕੋਈ ਸ਼ਮੂਲੀਅਤ ਨਹੀਂ ਹੁੰਦੀ। ਹੁਣ ਕਿੰਨੇ ਦਿਨਾਂ ਤੱਕ ਅੰਦਾਜ਼ਾ ਲਾਉਂਦੇ ਨੇ ਲਖਵਿੰਦਰ ਜੀ, ਕਿੰਨੇ ਦਿਨਾਂ ਤੱਕ ਬਣ ਜੇਗੇ? ਹੁਣ ਦਿਨਾਂ 'ਚ ਕਿੱਥੇ ਬਣਦੀ ਹੈ ਜੀ, ਦਿਨਾਂ 'ਚ ਘੁੰਮਦਾ ਮੈਂ ਕਹਿਦਾ ਕੱਲ ਨੂੰ ਚੌਥੇ ਦਿਨ ਫਿਰ ਆ ਕੇ ਖੜ ਜਾਣਗੇ। ਜਿੰਨਾ ਚਿਰ ਪੈਸਾ ਮਿਲੂਗਾ, ਮੌਸਮ ਖੁੱਲੂਗਾ, ਫਿਰ ਕੰਮ ਸ਼ੁਰੂ ਹੋਊਗਾ। ਚਲੋ ਠੀਕ ਹੈ ਜੀ, ਧੰਨਵਾਦ। ਸੀਵਰੇਜ ਪਿਆ, ਸੀਵਰੇਜ ਦੇ ਵੇਖੋ ਕੱਚੇ ਥਾਂ ਤੇ ਹੋਊਗਾ। ਹੁਣ ਲੋਕ ਤਾਂ ਕੋਸ਼ਿਸ਼ ਇਹ ਵੀ ਨਹੀਂ ਕਰਦੇ ਵੀ ਚਲੋ ਜੇ 2 ਫੁੱਟ 2.5 ਫੁੱਟ ਉਹਨਾਂ ਨੇ ਪੱਟਿਆ ਤੇ ਸਾਈਡ ਤੇ ਜਿਹੜੀ ਗਲੀ ਆ ਸੀ ਉਹ ਤਾਂ ਸਾਫ਼ ਸੁਫ ਕਰ ਲਈਏ। ਨਹੀਂ, ਜਿਸ ਤਰ੍ਹਾਂ ਕਿ ਨਾਲ ਖੱਡਾ ਪੱਟਿਆ ਗਿਆ ਹੈ, ਸੀਵਰੇਜ ਪੈ ਰਿਹਾ ਹੈ, ਉਹ ਸਾਰਾ ਦੱਬ ਗਿਆ ਨਾ, ਨਾਲ ਦੀਆਂ ਨੀਹਾਂ ਜਿਹੜੀਆਂ। ਮੈਂ ਜੇ ਧੁੱਪ ਲੱਗ ਜਾਂਦੀ ਹੈ ਮੈਂ JCB ਮੰਗਾ ਕੇ ਇਹਨਾਂ ਦਾ ਪੱਧਰ ਕਰਾ ਦੂੰਗਾ। ਤੇ ਅਸੀਂ ਤਾਂ ਅੱਜ ਵੀ JCB ਲੈ ਕੇ ਆਉਣੀ ਸੀ, ਜੇ ਰਾਤ ਬਾਰਿਸ਼ ਨਾ ਪੈਂਦੀ ਤੇ JCB ਲੈ ਕੇ ਇਹਨਾਂ ਨੂੰ ਕਲੀਅਰ ਕਰਾਉਣਾ ਸੀਗਾ ਰਸਤੇ, ਇਹਨਾਂ ਨੂੰ ਪੱਧਰ ਕਰਾਉਂਦੇ ਮਿੱਟੀ ਮੁੱਟੀ ਪਾ ਕੇ। ਦੇਖੋ ਕੋਈ ਵੀ ਚੀਜ਼ ਹੈ, ਹੁਣ 20 15 ਫੁੱਟ ਡੂੰਘੇ ਸੀਵਰੇਜ ਦੇ ਖੱਡੇ ਪੱਟੇ ਨੇ, ਉਹਦੇ 'ਚ ਸਰਪੰਚ ਦਾ ਕੀ ਕਸੂਰ ਹੈ? ਜਦੋਂ ਵੀ ਪਾਣੀ ਪਊਗਾ, ਬਾਰਿਸ਼ ਭਰ ਕੇ ਪਊਗੀ, ਉਹਦੇ ਵਿੱਚ ਨਾਲ ਦੀ ਨਾਲ ਉਹ ਦਬੂਗੀ ਚੀਜ਼। ਚਲੋ ਠੀਕ ਹੈ ਜੀ। ਕਈ ਇਹੋ ਜਿਹੀ ਜਗ੍ਹਾ ਨੇ ਜਿੱਥੇ 20 25 ਫੁੱਟ ਵੀ ਖੱਡੇ ਜ਼ਿਆਦਾ ਪੱਟੇ ਨੇ ਤੇ ਉਹ ਵੇਖੋ ਜੀ ਦਬੇਗੀ ਤਾਂ ਜ਼ਰੂਰ ਬਾਰਿਸ਼ ਨਾਲ। ਉਹ ਤਾਂ ਹੁਣ ਮੇਰੇ ਵਾਸਤੇ ਦਾ ਰੋਗ ਨਹੀਂ ਹੈਗਾ। ਜੀ ਜੀ ਜੀ। ਬਾਕੀ ਮੈਂ ਤੁਹਾਨੂੰ ਇਹ ਕਹਿਣਾ ਇਹ ਯਕੀਨ ਦਿਵਾਉਣਾ ਵੀ ਜਦੋਂ ਮੈਨੂੰ ਫੰਡ ਮਿਲ ਗਿਆ ਵੱਧ ਤੋਂ ਵੱਧ ਸਭ ਤੋਂ ਪਹਿਲਾਂ ਆਪਾਂ ਆਪਣੀਆਂ ਗਲੀਆਂ ਹੀ ਬਣਾਵਾਂਗੇ। ਹੋਰ ਗਲੀਆਂ ਤੋਂ ਬਾਹਰ ਸਾਡੀ ਕੋਈ ਇੱਥੇ ਡਿਮਾਂਡ ਹੀ ਨਹੀਂ ਹੈਗੀ। ਚਲੋ ਠੀਕ ਹੈ ਸਰਪੰਚ ਸਾਹਿਬ, ਠੀਕ ਹੈ। ਠੀਕ ਹੈ ਸਰ, ਠੀਕ ਹੈ। ਸੋ ਤੁਸੀਂ ਸਰਪੰਚ ਸਾਹਿਬ ਨਾਲ ਗੱਲਬਾਤ ਜਿਹੜੀ ਹੈਗੀ ਉਹ ਸੁਣੀ ਹੈ, ਉਹਨਾਂ ਦੇ ਘਰ ਦੇ ਬਾਹਰ ਵੀ ਖੜੇ ਹੋਏ ਆ, ਉਹਨਾਂ ਨਾਲ ਫੋਨ ਦੇ ਉੱਪਰ ਗੱਲਬਾਤ ਹੋਈ ਹੈ, ਪਰ ਉਹ ਸਹੀ ਤਰ੍ਹਾਂ ਜਿਹੜਾ ਆਸ਼ਵਾਸਨ ਦਿੰਦੇ ਹੋਏ ਨਜ਼ਰ ਨਹੀਂ ਆਏ। ਉਹਨਾਂ ਸਾਫ਼ ਤੌਰ ਤੇ ਗੱਲ ਕਹਿਤੀ ਹੈ ਕਿ ਜਿਹੜਾ ਫੰਡ ਆਏਗਾ ਮੈਂ ਉਦੋਂ ਹੀ ਬਣਾ ਸਕਾਂਗਾ ਜਿਹੜੀਆਂ ਗਲੀਆਂ ਨੇ, ਤੇ ਮੌਸਮ ਜੇ ਖਰਾਬ ਹੈ ਮੇਰੇ ਵੱਸ ਦਾ ਕੰਮ ਨਹੀਂ ਹੈਗਾ, ਸਰਕਾਰ ਨੇ ਮੈਨੂੰ ਪੈਸਾ ਦੇਣਾ ਤੇ ਮੈਂ ਉਹ ਉਸ ਸਮੇਂ ਹੀ ਜਿਹੜਾ ਹੈਗਾ ਜਿਹੜੀ ਗਲੀਆਂ ਨੇ ਉਹ ਬਣਾਵਾਂਗਾ, ਚਾਹੇ ਮੇਨ ਹੋਵੇ ਚਾਹੇ ਅੰਦਰਲੀ ਗਲੀ ਹੋਵੇ। ਮੈਂ ਉਸ ਟਾਈਮ ਹੀ ਜਦੋਂ ਮੇਰੇ ਕੋਲ ਫੰਡ ਆਏਗਾ। ਮੁਹੱਲਾ ਨਿਵਾਸੀ ਉਹਨਾਂ ਦੇ ਘਰ ਦੇ ਬਾਹਰ ਖੜੇ ਹੋਏ ਨਜ਼ਰ ਆ ਰਹੇ ਨੇ। ਗੱਲਬਾਤ ਕਰਦੇ ਆ ਕਿਉਂਕਿ ਫੇਰ ਦੁਬਾਰਾ ਤੋਂ ਇੱਕ ਵਾਰ ਬਰਸਾਤ ਸ਼ੁਰੂ ਹੋਣੀ। ਭਾਈ ਬਰਸਾਤ ਸ਼ੁਰੂ ਹੋਣ ਲੱਗੀ ਫੇਰ ਦੁਬਾਰਾ ਤੋਂ। ਸਰਪੰਚ ਸਾਹਿਬ ਨੇ ਤੇ ਸਾਫ਼ ਤੌਰ ਤੇ ਕਹਿ ਤਾ ਆਪਣਾ ਪੱਲਾ ਝਾੜ ਲਿਆ ਕਿ ਜਦੋਂ ਤੱਕ ਮੇਰੇ ਕੋਲ ਫੰਡ ਨਹੀਂ ਆਉਂਦਾ ਮੈਂ ਉਸ ਤੱਕ ਨਹੀਂ ਇਹਨਾਂ ਗਲੀਆਂ ਨੂੰ ਨਹੀਂ ਬਣਾ ਸਕਦਾ। ਦੇਖੋ ਫੰਡ ਤਾਂ ਪ੍ਰੋਪਰਲੀ ਆਇਆ ਹੋਣਾ ਹੈ ਜੀ, ਗੱਲ ਨਹੀਂ। ਤੁਸੀਂ ਇਹ ਗਲੀਆਂ ਸਾਰੀਆਂ ਦੇਖੋ, ਛੋਟੀਆਂ ਗਲੀਆਂ ਕੱਲੀ ਬਣੀ ਹੋਈ ਹੈ ਇੱਧਰਲੇ ਪਾਸੇ। ਜੇ ਤੁਸੀਂ ਆਪਣੇ ਵਿਦਿਆਨਗਰ ਵਾਲੇ ਪਾਸੇ ਜਾ ਕੇ ਦੇਖੋ ਤਾਂ ਤੁਸੀਂ 1 ਨੰਬਰ ਗਲੀ ਹੈ ਉਹ ਪੂਰੀ ਮਤਲਬ ਇੱਕ ਗਲੀ ਘੱਟੋ ਘੱਟ ਜਿਹੜੀ ਪੂਰੀ ਮੇਨ ਹੁੰਦੀ ਉਹ ਘੱਟੋ ਘੱਟ ਉਹ ਤਾਂ ਬਣ ਜਾਣੀ ਚਾਹੀਦੀ ਸੀ। ਉੱਧਰ ਤਾਂ ਮੇਨ ਗਲੀ ਵੀ ਨਹੀਂ ਬਣੀ ਹੋਈ ਤੇ ਇੱਧਰ ਤੁਸੀਂ ਦੇਖੋ ਛੋਟੀਆਂ ਗਲੀਆਂ ਸਾਰੀਆਂ ਬਣੀਆਂ ਹੋਈਆਂ। ਹੁਣ ਇਹ ਤੋਂ ਕੀ ਸਾਬਿਤ ਹੋ ਸਕਦਾ? ਇਹ ਤੋਂ ਤਾਂ ਇਹੀ ਸਾਬਿਤ ਹੁੰਦਾ ਕਿ ਇਹਨਾਂ ਨੂੰ ਫੰਡ ਆਇਆ ਤੇ ਉਹਨਾਂ ਨੂੰ ਸਾਰਿਆਂ ਨੂੰ ਇੱਥੇ ਉਹਨਾਂ ਨੇ ਇੱਧਰਲੇ ਪਾਸੇ ਲਾਤਾ ਤੇ ਉੱਧਰ ਕੋਈ ਸੁਣਵਾਈ ਨਹੀਂ ਹੋ ਰਹੀ। ਉੱਧਰ ਤੁਸੀਂ ਦੇਖਿਆ ਜਿਹੜੀ ਮੇਨ ਗਲੀ 1 ਨੰਬਰ ਗਲੀ, ਹੁਣ ਉਹਨਾਂ ਨੇ ਫੋਨ ਤੇ ਅਸੀਂ ਸੁਣ ਵੀ ਰਹੇ ਸੀਗੇ, ਕਹਿੰਦੇ ਸੀ 1 ਨੰਬਰ ਗਲੀ ਬਣਾਈ ਹੈ। 1 ਨੰਬਰ ਗਲੀ ਤੁਸੀਂ ਆਪ ਜਾ ਕੇ ਦੇਖ ਲਓ ਕਿੱਥੇ ਬਣੀ ਹੈ, ਕੋਈ ਨਹੀਂ ਬਣੀ ਹੋਈ। ਸਾਰੀ ਉੱਥੇ ਸਾਰੀ ਧਸੀ ਹੋਈ ਹੈ, ਗੱਡੀਆਂ ਆ ਕੇ ਫਸ ਜਾਂਦੀਆਂ। 2-3 ਗਲੀਆਂ 'ਚ ਇੱਕ ਮਤਲਬ ਗੱਡੀ ਫਸੀ ਹੋਈ ਹੈ। ਸੋ ਸਰਪੰਚ ਸਾਹਿਬ ਦੇ ਗੱਲਾਂ ਤੋਂ ਵੀ ਨਿਰਾਸ਼ ਨਜ਼ਰ ਆ ਰਹੇ ਨੇ ਮੁਹੱਲਾ ਨਿਵਾਸੀ। ਨੌਜਵਾਨ ਵੀ ਮੌਜੂਦ ਨੇ, ਕਈਆਂ ਨਾਲ ਲੈ ਕੇ ਖੜੇ ਹੋਏ ਨੇ। ਇੱਕ ਘਰ ਦੇ ਵਿੱਚੋਂ ਨਿਕਲਦੇ ਹੋਏ ਬਾਹਰ ਨੂੰ ਆ ਰਹੇ ਨੇ। ਭਾਈ ਸਰਪੰਚ ਸਾਹਿਬ ਤੇ ਸਹੀ ਤਰ੍ਹਾਂ ਜਿਹੜਾ ਆਸ਼ਵਾਸਨ ਦੇ ਹੀ ਨਹੀਂ ਪਾ ਰਹੇ ਕਿ ਤੁਸੀਂ ਬਾਹਰ ਵੀ ਖੜੇ ਹੋ ਹੁਣ ਘਰ ਦੇ। ਬਾਈ ਜੀ ਸਭ ਤੋਂ ਵੱਡੀ ਗੱਲ ਇੱਕੋ ਹੀ ਹੈ ਕਿ ਸਰਕਾਰ ਪੈਸਾ ਦਿੰਦੀ ਹੈ ਬਣਾਉਣ ਦੇ ਲਈ, ਠੀਕ ਹੈ ਜੀ। ਠੇਕਾ ਹੋਇਆ, ਠੇਕਾ ਹੋਣ ਤੋਂ ਬਾਅਦ ਸੀਵਰੇਜ ਦੀ ਪਟਾਈ ਸ਼ੁਰੂ ਹੋਈ ਹੈ। ਪਰ ਮੈਂ ਕਦੇ ਵੀ ਕਿਸੇ ਵੀ ਬੰਦੇ ਨੇ ਅੱਜ ਤੱਕ ਇਹ ਨਹੀਂ ਦੇਖਿਆ ਹੋਊਗਾ ਕਿ ਜਦੋਂ ਕਿਸੇ ਸੜਕ ਕੋਈ ਬਣ ਰਹੀ ਹੁੰਦੀ ਹੈ ਤਾਂ ਇੱਕ ਸੜਕ ਉਹਦੀ ਸਾਈਡ ਚੱਲ ਰਹੀ ਹੁੰਦੀ ਹੈ ਤੇ ਇੱਕ ਸਾਈਡ ਉਹਦੀ ਬੰਦ ਕਰਕੇ ਉਹ ਬਣਾ ਰਹੇ ਹੁੰਦੇ ਨੇ। ਪਰ ਇਹਨਾਂ ਨੇ ਇੱਥੋਂ ਸਟਾਰਟ ਕੀਤਾ, ਫੇਸ 3 ਦੀ ਕੰਧ ਦੇ ਨਾਲ ਤੋਂ ਗਲੀਆਂ ਪੱਟਣੀਆਂ ਸਟਾਰਟ ਕੀਤੀਆਂ ਤੇ ਜਿਹੜਾ ਕਮਾਂਡੋ ਕੰਪਲੈਕਸ ਤੱਕ ਜਿੰਨਾ ਵੀ ਏਰੀਆ ਸੀ ਸਾਰਾ ਪੱਟ ਕੇ ਸਿੱਟ ਦਿੱਤਾ। ਕੋਈ ਬਦਲਵਾਂ ਪ੍ਰਬੰਧ ਜਿਹੜਾ ਇਹਦਾ ਕੀਤਾ ਨਹੀਂ ਗਿਆ। ਬਦਲਵਾਂ ਪ੍ਰਬੰਧ ਜ਼ਰੂਰੀ ਹੁੰਦਾ ਹੈ। ਜੇ 2 ਗਲੀਆਂ ਪੱਟੀਆਂ ਨੇ ਤਾਂ ਘੱਟੋ ਘੱਟ ਇੱਕ ਗਲੀ ਚੱਲਦੀ ਕਰਨੀ ਜ਼ਰੂਰੀ ਹੁੰਦੀ ਹੈ। ਫਿਰ ਉਸ ਤੋਂ ਬਾਅਦ ਆਉਂਦੀ ਹੈ ਗ੍ਰਾਂਟਾਂ ਦੀ ਗੱਲ। ਗ੍ਰਾਂਟਾਂ ਦਾ ਕਿਸੇ ਨੂੰ ਕੁਝ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਆਉਂਦੀ ਹੈ, ਕਦੋਂ ਜਾਂਦੀ ਹੈ ਤੇ ਕਿੱਥੇ ਚਲੀ ਜਾਂਦੀ ਹੈ।
ਗਲੀਆਂ ਨੇ, ਆ ਜਿਹੜੀ ਗਲੀ ਤੇ ਅੱਜ ਖੜੇ ਹੋਏ ਆ, ਇਹ ਗਲੀ ਪਹਿਲਾਂ ਹੀ ਬਣੀ ਹੋਈ ਸੀ, ਵਿਚਕਾਰ ਤੋਂ ਪੱਟ ਕੇ ਇਹਦੇ ਤੇ ਪੈ ਗਈ ਹੈ, ਪਰ ਇਹ ਦੁਬਾਰੇ ਨਵੀਂ ਬਣ ਗਈ ਹੈ। ਰਿਪੇਅਰ ਲਈ ਆਇਆ ਸੀ ਜਿਹੜਾ, ਉਹ ਨਵੀਆਂ ਦੇ ਵਿੱਚ ਵਰਤਿਆ ਗਿਆ, ਵਰਤ ਲਿਆ ਹੈ, ਪਰ ਘੱਟੋ ਘੱਟ ਇਹਨਾਂ ਨਹੀਂ, ਜ਼ਰੂਰੀ ਨਹੀਂ ਚਲੋ ਇਹ ਵੀ ਬਣ ਗਈਆਂ, ਇਹਨਾਂ ਨੇ ਵੀ ਲੰਘਣਾ ਹੈ, ਸਭ ਨੇ ਲੰਘਣਾ ਹੈ, ਪਰ ਜਿਹੜੀਆਂ ਦਾ ਬੁਰਾ ਹਾਲ ਹੈ, ਜਿੱਥੋਂ ਕੋਈ ਗੱਡੀ ਨਹੀਂ ਲੰਘ ਪਾਉਂਦੀ, ਕੋਈ ਹੋਰ ਨਹੀਂ ਲੰਘ ਪਾਉਂਦਾ, ਕੋਈ ਮੈਡੀਕਲ, ਕੋਈ ਬੱਚਿਆਂ ਲਈ ਬੜੇ ਹਾਲਾਤ ਮਾੜੇ ਨੇ। ਜਿਹੜੀ ਮੇਨ ਚੋਣ ਜਾਬਤਾ ਲੱਗਣ ਵਾਲਾ ਹੈ। ਸਰਪੰਚ ਸਾਹਿਬ ਹਜੇ ਵੀ ਕਹਿ ਰਹੇ ਨੇ ਕਿ ਬਰਸਾਤਾਂ ਖਤਮ ਹੋਣਗੀਆਂ, ਉਸ ਤੋਂ ਬਾਅਦ ਉਸ ਸਮੇਂ ਤੇ ਚੋਣ ਜਾਬਤਾ ਲੱਗ ਜਾਏਗਾ, ਫਿਰ ਕਿਸ ਤੋਂ ਬਣਾ ਲੈਣਗੇ? ਜੀ ਇਹ ਤਾਂ ਮਤਲਬ ਇੱਕ ਲੱਕੜ ਦਾ ਖਿਡੌਣਾ ਦੇਣ ਵਾਸਤੇ ਹੈ, ਬੱਚਿਆਂ ਨੂੰ ਜਿਵੇਂ ਖਿਡੌਣਾ ਹੁੰਦਾ ਹੈ, ਇਹ ਸਾਰੇ ਕਲੋਨੀ ਵਾਸੀਆਂ ਨੂੰ ਇਹ ਖਿਡੌਣਾ ਦੇ ਰਹੇ ਹੈ। ਪਰ ਮੇਨ ਮੁੱਦਾ ਇਹ ਵੀ ਇਹ ਕੁਝ ਨਹੀਂ ਕਰ ਸਕਦੀ ਸਰਕਾਰ। ਜੇ ਕਰਨਾ ਹੁੰਦਾ ਤਾਂ 4.5 ਸਾਲ ਪਹਿਲਾਂ ਹੋ ਜਾਂਦੇ, 4.5 ਸਾਲ ਸਰਕਾਰ ਨੂੰ ਬਣੀ ਹੋਈ। ਇਹ ਹੁਣ ਇਲੈਕਸ਼ਨਾਂ ਦੇ ਟਾਈਮ ਤੇ ਸਿਰਫ ਵੋਟਾਂ ਵਾਸਤੇ ਹੀ ਕਰ ਰਹੀ ਹੈ। ਜੇ ਮੇਨ ਇੱਕ ਰਾਸਤਾ ਤਾਂ ਚੱਲਦਾ ਰੱਖਣਾ ਚਾਹੀਦਾ ਸੀ। ਠੇਕੇਦਾਰ ਨੂੰ ਤਾਂ ਸਰਪੰਚ ਪੁੱਛ ਸਕਦਾ ਵੀ ਸਾਰੀ ਕਲੋਨੀ ਕਿਉਂ ਪੱਟ ਰਹੇ, ਪਬਲਿਕ ਨੇ ਕਿੱਥੋਂ ਦੀ ਲੰਘਣਾ ਹੈ, ਮੇਰੀ ਪਬਲਿਕ ਕਿੱਥੋਂ ਦੀ ਟੱਪੂ। ਇੱਕ ਰਾਸਤਾ ਚਾਲੂ ਕਰਾ ਸਕਦਾ ਨਾ, ਕੋਈ ਵੀ ਕਲੋਨੀ ਦਾ ਇੱਕ ਰਾਸਤਾ ਵੀ ਜਾਣ ਨੂੰ ਨਹੀਂ। ਹਰੇਕ ਬੰਦਾ ਪਰੇਸ਼ਾਨ ਹੈ। ਜੇ ਐਮਰਜੈਂਸੀ ਪੈ ਜੇ ਤਾਂ ਕਲੋਨੀ ਦੇ ਵਿੱਚ ਕਿੱਥੋਂ ਦੀ ਫਾਇਰ ਬ੍ਰਿਗੇਡ ਆਊ, ਕਿੱਥੋਂ ਦੀ ਐਂਬੂਲੈਂਸ ਆਊ। ਜੇ ਕਿਸੇ ਦਾ ਘਰੇ ਬਜ਼ੁਰਗ ਬਿਮਾਰ ਹੋ ਗਿਆ ਤਾਂ ਉਹਨੂੰ ਅਸੀਂ ਕਿਸ ਰਾਸਤੇ ਲੈ ਕੇ ਜਾਵਾਂਗੇ, ਕਿੱਥੋਂ ਚੱਕ ਕੇ ਲੈ ਕੇ ਜਾਵਾਂਗੇ। ਜੋ ਡੇਲੀ ਦੇ ਮੁਲਾਜ਼ਮ ਡਿਊਟੀ ਕਰਨ ਜਾਂਦੇ ਆ ਉਹ ਕਿੱਥੋਂ ਦੀ ਜਾਣ। ਹੁਣ ਉਹ ਰੋਜ਼ ਪੁੱਡਾ ਦੀਆਂ ਅਰਬਨ ਸਟੇਟ ਦੀਆਂ ਕੰਧਾਂ ਟੱਪ ਕੇ ਜਾਣ ਡਿਊਟੀ ਤੇ। ਹੁਣ ਕੱਲ ਮੈਂ ਖੁਦ ਆਪਣੇ ਦੇਖਿਆ ਲਾਈਵ, ਮੁੰਡੇ ਜਿਹੜੇ ਨੌਜਵਾਨ ਮੁੰਡੇ ਡਿਊਟੀ ਤੇ ਜਾ ਰਹੇ ਉਹ ਕੰਧਾਂ ਟੱਪ ਕੇ ਜਾ ਰਹੇ, ਉਹਦੇ ਉੱਤੋਂ ਦੀ ਵੀ ਕਤਾਰ ਪਾਈ ਹੋਈ ਆ ਉਹਨਾਂ ਨੇ। ਉੱਥੋਂ ਦੀ ਛੇਕੜ ਹੋਰ ਨਹੀਂ ਕੁਛ ਕਰ ਸਕਦੇ ਤਾਂ ਪੁੱਡਿਆਂ ਦੇ ਵਿੱਚ ਇੱਕ ਰਾਸਤਾ ਘਲਾ ਦੇਣ ਸਿੱਧੀ ਕੰਧ ਦਾ, ਤਾਂ ਕਿ ਮੋਟਰਸਾਈਕਲ ਤੇ ਕਾਰ ਤੇ ਲੰਘਦਾ ਹੋ ਜੇ ਬੰਦਾ, ਵੱਡੀ ਵਹੀਕਲ ਨਾ ਟੱਪਣ ਦੇਣ। ਇੱਕ ਵਾਰੀ ਜਿੰਨਾ ਚਿਰ ਬਰਸਾਤਾਂ ਦਾ ਏਰੀਆ ਚੱਲਦਾ ਉਹਨਾਂ ਚਿਰ ਸਾਨੂੰ ਪੁੱਡਾ ਦੇ ਵਿੱਚ ਦੀ ਰਸਤਾ ਦਿੱਤਾ ਜਾਵੇ, ਉਹਨੂੰ ਸਿੱਧਾ ਕੰਪਲੀਟ ਜੋੜਿਆ ਜਾਵੇ ਕਲੋਨੀ ਦੇ ਨਾਲ, ਤਾਂ ਕਿ ਕਲੋਨੀ ਵਾਸੀ ਕੋਈ ਐਮਰਜੈਂਸੀ ਜਾਂ ਡਿਊਟੀ ਤੇ ਜਾਣਾ ਜਿਹਨੇ ਉਹਦੇ ਵਿੱਚ ਦੀ ਨਿਕਲ ਕੇ ਆਪਦੀ ਕਲੋਨੀ ਚੋਂ ਕਿਤੇ ਪਹੁੰਚਦਾ ਜਾਵੇ ਟਿਕਾਣੇ ਤੇ। ਹੁਣ ਜੇ ਰਾਤ ਬਰਾਤੇ ਕੋਈ ਬਜ਼ੁਰਗ ਜਾਂ ਕੋਈ ਬੱਚਾ ਬਿਮਾਰ ਹੋ ਗਿਆ ਤਾਂ ਉਹਨੂੰ ਅਸੀਂ ਕਿੱਥੇ ਲੈ ਕੇ ਜਾਵਾਂਗੇ, ਕਿਵੇਂ ਲੈ ਕੇ ਜਾਵਾਂਗੇ। ਸਰਪੰਚ ਨੇ ਤਾਂ ਆਪਦੇ ਘਰ ਦੀ ਅਗਲੀ ਗਲੀ ਵੀ ਬਣਾ ਲਈ, ਪਿਛਲੀ ਵੀ ਬਣਾ ਲਈ। ਉਹ ਕਹਿੰਦਾ ਫੰਡ ਨਹੀਂ ਆਇਆ, ਬਣੀ ਪਹਿਲਾਂ ਗਲੀ ਸੀ, ਦੁਬਾਰੇ ਉਹਨੂੰ ਨਵੀਂ ਬਣਾ ਲਿਆ ਔਰ ਪੈਸਾ ਰਿਪੇਅਰ ਦਾ ਆਇਆ ਹੋਇਆ ਸੀ। ਹੈ ਸੋ ਤੁਸੀਂ ਦੇਖਿਆ ਕਿ ਜਿਸ ਤਰ੍ਹਾਂ ਲੋਕ ਸਰਪੰਚ ਸਾਹਿਬ ਦੇ ਘਰ ਦੇ ਬਾਹਰ ਆ ਕੇ ਭੜਕਦੇ ਹੋਏ ਨਜ਼ਰ ਆ ਰਹੇ ਨੇ। ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਲੱਕੜ ਦਾ ਜਿਹੜਾ ਹੈਗਾ ਇੱਕ ਗੁੱਡਾ ਦੇ ਦਿੱਤਾ ਹੈ ਸਰਪੰਚ ਸਾਹਿਬ ਨੇ ਸਾਨੂੰ, ਹੋਰ ਕੁਝ ਨਹੀਂ। ਆਪਣੀ ਗਲੀ ਬਣਾ ਲਈ, ਪਿਛਲੀ ਗਲੀ ਬਣਾ ਲਈ, ਤੇ ਜਿਹੜੇ ਰਸਤਾ ਹੈ ਮੇਨ ਉਹ ਨਹੀਂ ਬਣਾਇਆ ਹੈਗਾ। ਹੁਣ ਦੇਖਣਾ ਹੋਏਗਾ ਕਿ ਸਰਕਾਰ ਕਿੰਨੀ ਦੇਰ 'ਚ ਇਹਦੀ ਸਾਰ ਲੈਂਦੀ ਹੈ ਤੇ ਕਿੰਨੀ ਦੇਰ 'ਚ ਇਸ ਨੂੰ ਬਣਾਉਂਦੀ ਹੈ ਸੜਕ ਨੂੰ, ਤੇ ਕਿਸ ਤਰ੍ਹਾਂ ਇਹਨੂੰ ਜਿਹੜਾ ਐਮਰਜੈਂਸੀ ਕੋਈ ਰਸਤਾ ਹੋਵੇ ਤੇ ਉਹਨੂੰ ਆਉਣ ਜਾਣ ਵਾਸਤੇ ਬਣਾਇਆ ਜਾਂਦਾ ਜਾਂ ਨਹੀਂ ਬਣਾਇਆ ਜਾਂਦਾ, ਕਿਉਂਕਿ ਗੱਡੀਆਂ ਆ ਗਈਆਂ ਧੱਸਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਪਟਿਆਲਾ ਤੋਂ ਕੈਮਰਾਮੈਨ ਯਾਦਵਿੰਦਰ ਦੇ ਨਾਲ ਕੁਲਵਿੰਦਰ ਘੁੰਮਣ ਦੀ ਰਿਪੋਰਟ।